ਹੈਲੋ ਫਰੈਂਡਸ, ਹਾਊ ਆਰ ਯੂ। ਇਸ ਵਾਰ ਕਾਫੀ ਦੇਰ ਬਾਅਦ ਤੁਹਾਡੇ ਨਾਲ ਸਟਾਰਟਿੰਗ 'ਚ ਇੰਸਟਰਕਸ਼ਨ ਸ਼ੀਟਸ 'ਤੇ ਆ ਜਾਂਦੇ ਹਾਂ। ਸਭ ਤੋਂ ਪਹਿਲੇ ਡੈਪਰੀਸੀਏਸ਼ਨ ਰਜਿਸਟਰ ਸਟਾਰਟ ਕਰਨ ਲਈ ਲਾਸਟ ਈਅਰ ਦੇ ਬੈਲੈਂਸਿਸ ਆ ਜਿਹੜੇ ਉਹ ਅਸੀਂ ਅਨੈਕਸ਼ਰ C1 2021 ਸ਼ੀਟ ਹੈ ਜਿਹੜੀ ਇਹਦੇ 'ਚ ਪੇਸਟ ਕਰਦੇ ਹਾਂ। ਇਹਦੇ 'ਚ ਇਸ ਵਾਰ ਚੇਂਜਸ ਕੀ ਹੈ ਕਿ ਬੇਸਿਕਲੀ ਲਾਸਟ ਈਅਰ ਜਿਹੜੀ ਲੀਜ਼ਿਸ ਵਾਲੀ ਸ਼ੀਟ ਸੀ ਉਹ ਲਾਸਟ ਮਿੰਟ ਤੇ ਇੰਟਰੋਡਿਊਸ ਕੀਤੀ ਗਈ ਸੀ ਤੇ ਉਹ ਵਾਲੀ ਸ਼ੀਟ ਨੂੰ ਅਨੈਕਸ਼ਰ C1 ਦੇ ਥਰੂ ਰੂਟ ਨਹੀਂ ਕੀਤਾ ਗਿਆ ਸੀ, ਜਿਹਦੇ ਕਰਕੇ ਆਟੋ ਕੰਸੋਲੀਡੇਸ਼ਨ ਜਿਹੜੀ ਉਹ C1 ਚ ਅਨੈਕਸ਼ਰ C ਚ ਨਹੀਂ ਹੋ ਰਹੀ ਸੀ। ਇਸ ਸਾਲ ਉਹ ਵਾਲੀ ਪ੍ਰੋਬਲਮ ਨੂੰ ਰਿਜ਼ੋਲਵ ਕਰ ਦਿੱਤਾ ਹੈ, ਬਟ C1 ਦੇ ਵਿੱਚ ਤੁਹਾਨੂੰ ਮੈਨੂਅਲੀ ਇਹਦਾ ਪੇਸਟ ਕਰਨਾ ਪਏਗਾ। ਇਹ ਮੈਂ ਦਿਖਾ ਦਿੰਦਾ ਇਹਨਾਂ तो लिस्ट C1 ਅਨੈਕਸ਼ਰ 2021 ਚ ਮੈਂ ਇੱਕ ਸੈਂਪਲ ਰਜਿਸਟਰ ਨਾਲ ਤੁਹਾਨੂੰ ਦਿਖਾ ਰਿਹਾ। ਇਹ ਲੋਕੇਸ਼ਨ ਕੋਡ 451 ਦਾ। ਇਹਦੇ 'ਚ ਤੁਸੀਂ ਇੱਕ ਤਾਂ ਜੋ ਨੋਰਮਲ C1 ਨੀਚੇ ਪੇਸਟ ਕਰਦੇ ਹੋ ਉਹਦਾ ਕਰਨਾ ਹੀ ਹੈ, ਪਲੱਸ ਜਿਹੜੀ ਲੀਜ਼ਿਸ ਵਾਲੀ ਸ਼ੀਟ ਹੈ ਇਹ ਵਾਲੀ डिवीजन च लीजिस वाली शीट कोई एंट्री नहीं सी। अगर एंट्री है तो पेस्ट करनी है, अगर नहीं है तो ज़रूरत नहीं है। तो बेसिकली दो चीज़ां पेस्ट करनियां ने, अनैक्शर C1 और लीजिस वाली शीट। तो ओपनिंग बैलेंस दे ਨੂੰ ਆਟੋ ਪਿਕ ਕਰਨ ਵਾਸਤੇ ਇਹ ਦੋਨੋਂ ਸ਼ੀਟਸ ਤੁਸੀਂ ਇਹਦੇ 'ਚ ਜਿਹੜੀਆਂ ਪੇਸਟ ਕਰਨੀਆਂ। ਦਿਸ ਇਜ਼ ਅ ਸੈਕਿੰਡ ਚੇਂਜ ਬੇਸਿਕਲੀ ਰਿਗਾਰਡਿੰਗ ਅਨੈਕਸ਼ਰ C2 ਹੈ। C2 ਦੇ ਵਿੱਚ ਕੁਝ ਚੇਂਜਸ ਕੀਤੀਆਂ ਗਈਆਂ ਨੇ। C2 ਦੇ ਵਿੱਚ ਅਨੈਕਸ਼ਰ C2 ਚ ਆਉਂਦੇ ਆ ਤਾਂ ਲਾਸਟ ਦੇ ਵਿੱਚ ਪਹਿਲੇ ਜਸਟ ਕਾਲਮ P ਤੱਕ ਹੁੰਦੇ ਸੀ, ਇਹਦੇ 'ਚ ਕੁਝ 3-4 ਕਾਲਮ ਐਡੀਸ਼ਨਲ ਇੰਟਰੋਡਿਊਸ ਕੀਤੇ ਹੈ। ਬੇਸਿਕਲੀ ਤਾਂ ਇਹ ਉਹਨਾਂ ਡਿਵੀਜ਼ਨਸ ਵਾਸਤੇ ਆ ਜਿਹੜੇ ਐਸੈਟ ਨੂੰ ਕੈਪੀਟਲਾਈਜ਼ ਕਰਨ ਤੋਂ ਬਾਅਦ IUT ਦੇ ਨਾਲ ਟ੍ਰਾਂਸਫਰ ਕਰ ਦਿੰਦੇ ਆ। ਟੂ ਮਾਈ ਨੌਲੇਜ ਇਹ ਬੇਸਿਕਲੀ ਚੀਫ ਇੰਜੀਨੀਅਰ TS ਤੇ APDRP ਇਹਨਾਂ ਦੋਨੋਂ ਆਫਿਸਿਸ ਆ ਜਿਹੜੇ ਐਸੈਟ ਨੂੰ ਕੈਪੀਟਲਾਈਜ਼ ਕਰਨ ਤੋਂ ਬਾਅਦ ਟ੍ਰਾਂਸਫਰ ਕਰਦੇ, ਉਹਨਾਂ ਦੀ ਰਿਕੁਆਇਰਮੈਂਟ ਸੀ। ਬਟ ਅਗਰ ਕਿਸੇ ਫੀਲਡ ਆਫਿਸ ਨੇ ਵੀ ਐਸੈਟ ਕ੍ਰੀਏਟ ਕੈਪੀਟਲਾਈਜ਼ ਕਰਕੇ ਟ੍ਰਾਂਸਫਰ ਕੀਤਾ, ਦੇ ਕੈਨ ਯੂਜ਼ ਇਟ। ਇਹਦੇ ਵਿੱਚ ਬੇਸਿਕਲੀ ਤੁਸੀਂ ਜਿਸ ਡੇਟ ਨੂੰ ਕੈਪੀਟਲਾਈਜੇਸ਼ਨ ਕੀਤੀ ਹੈ ਔਰ ਜਿਸ ਡੇਟ ਨੂੰ IUT ਇਸ਼ੂ ਕੀਤਾ ਹੈ ਉਹ ਦੋਨੋਂ ਡੇਟਸ ਪੰਚ ਕਰੋਗੇ ਤਾਂ ਜਿਹੜਾ ਡੈਪਰੀਸੀਏਸ਼ਨ ਹੈ ਉਹ ਸਿਰਫ ਇਨ ਬਿਟਵੀਨ ਪੀਰੀਅਡ ਦੀ ਕੈਲਕੂਲੇਟ ਹੋਏਗੀ। ਇਨ ਕੇਸ ਚਾਹੁੰਦੇ TS ਆਫਿਸ ਜਾਂ APDRP ਆਫਿਸ ਉਹ ਬਿਨਾਂ ਡੈਪਰੀਸੀਏਸ਼ਨ ਤੋਂ ਟ੍ਰਾਂਸਫਰ ਕਰ ਦਿੰਦੇ, ਦੈਨ ਕਾਈਂਡਲੀ ਕੀਪ ਬੋਥ ਦਾ ਡੇਟ ਸੇਮ ਸੋ ਡੈਟ ਕਿ ਜਿਹੜਾ ਨੰਬਰ ਆਫ ਡੇਜ਼ ਆ ਜ਼ੀਰੋ ਹੋਏ ਤੇ ਸੌਫਟਵੇਅਰ ਡੈਪਰੀਸੀਏਸ਼ਨ ਕੈਲਕੂਲੇਟ ਨਾ ਕਰੇ। ਔਰ ਜਿਹੜਾ ਆਫਿਸ ਹੈ ਜਿਹੜਾ ਉਹ ਰਿਸੀਵ ਕਰ ਰਿਹਾ they can capitalize the asset with the capitalization date ਤੇ ਡੈਪਰੀਸੀਏਸ਼ਨ ਹੈ ਉਸ ਆਫਿਸ ਦੇ ਵਿੱਚ ਕੈਲਕੂਲੇਟ ਹੋ ਜਾਏਗੀ। ਬਾਕੀ ਸਾਰਾ ਕੁਝ ਆਟੋ ਰਿਫਲੈਕਟ ਹੋਏਗਾ। ਜਿਹੜੇ ਅਨੈਕਸ਼ਰ C ਔਰ C1 ਨੇ ਉਹ ਇਹਦੇ ਅਕੋਰਡਿੰਗਲੀ ਆਟੋਮੈਟਿਕਲੀ ਅਪਡੇਟ ਹੋ ਜਾਣਗੇ। ਥਰਡ ਜਿਹੜੀ ਮੋਸਟ ਇੰਪੋਰਟੈਂਟ ਚੇਂਜ ਹੈ ਰਿਗਾਰਡਿੰਗ ਡਾਟਾ ਐਂਟਰੀ, ਜਿਹਦਾ ਸਾਰਿਆਂ ਨੇ ਧਿਆਨ ਰੱਖਣਾ ਹੈ ਡੈਪਰੀਸੀਏਸ਼ਨ ਇਸ ਸਾਲ ਦੇ ਡੈਪਰੀਸੀਏਸ਼ਨ ਰਜਿਸਟਰ ਬਣਾਉਣ ਲਈ। ਪਹਿਲੇ ਜਿੰਨੇ ਵੀ ਡੈਮੇਜ ਟਰਾਂਸਫਾਰਮਰ ਜਿਹੜੇ ਅਸੀਂ ਸਟੋਰਾਂ ਨੂੰ ਭੇਜਦੇ ਸੀ, ਡੈਮੇਜ ਹੋਣ ਤੋਂ ਬਾਅਦ ਗਰੁੱਪ ਹੈਡ 10 ਨੂੰ ਕ੍ਰੈਡਿਟ ਕਰਕੇ ਜਿਹੜੇ ਸਟੋਰ ਨੂੰ IUT ਦੇ ਥਰੂ ਸੈਂਡ ਕਰ ਦਿੱਤੇ ਜਾਂਦੇ ਸੀ, ਤਾਂ ਉਹ ਅਸੀਂ ਅਨੈਕਸ਼ਰ C4 ਚ ਐਂਟਰ ਕਰਦੇ ਸੀ। ਇਸ ਸਾਲ C4 ਦੇ ਵਿੱਚੋਂ ਇਹ ਵਾਲਾ ਹੈਡ ਹਟਾ ਦਿੱਤਾ ਗਿਆ। ਤਾਂ ਇਸ ਸਾਲ ਜੇ ਤੁਸੀਂ C4 ਚ ਦੇਖੋਗੇ ਤਾਂ ਟਰਾਂਸਫਾਰਮਰ ਦਾ ਹੈਡ ਨਜ਼ਰ ਹੀ ਨਹੀਂ ਆਏਗਾ। ਤਾਂ ਜਿੰਨੇ ਵੀ ਟਰਾਂਸਫਾਰਮਰ ਹੈ ਜਿਹੜੇ ਉਹ ਤੁਸੀਂ ਫੀਲਡ ਨੂੰ ਭੇਜੋਗੇ ਉਹ C5 ਚ ਐਂਟਰ ਕਰਨਾ, ਕਿਉਂਕਿ ਬੇਸਿਕਲੀ ਉਹ ਟਰਾਂਸਫਾਰਮਰ ਜਿਹੜੇ ਡੈਮੇਜ ਟਰਾਂਸਫਾਰਮਰ ਨੇ ਉਹ ਸਟੋਰ ਦੇ ਵਿੱਚ ਜਾਂ TRY ਚ ਜਾ ਕੇ ਰਿਪੇਅਰ ਹੋ ਕੇ ਵਾਪਸ ਇਸ਼ੂ ਹੋ ਜਾਂਦੇ ਨੇ। ਜਿਹੜੇ ਟਰਾਂਸਫਾਰਮਰ ਅਲਟੀਮੇਟਲੀ ਸਕ੍ਰੈਪ ਕਰਨੇ ਆ ਜਾਂ ਆਬਸੋਲੀਟ ਕਰਨੇ ਆ ਉਹ ਸਿਰਫ AO ਇਵੈਲੂਏਸ਼ਨ ਦੇ ਕੋਲ ਹੀ ਡਾਟਾ ਹੁੰਦਾ। ਤਾਂ C4 ਆ ਜਿਹੜਾ ਇਹਦੇ ਰਿਗਾਰਡਿੰਗ AO ਇਵੈਲੂਏਸ਼ਨ ਹੀ ਯੂਜ਼ ਕਰੇਗਾ। ਫੀਲਡ ਆਫਿਸਿਸ ਵਾਸਤੇ ਅਨੈਕਸ਼ਰ C5 ਚ ਪ੍ਰੋਵੀਜ਼ਨ ਕਰ ਦਿੱਤੀ ਗਈ ਹੈ ਤੇ ਉਹਨਾਂ ਦੇ ਕੋਲ ਟ੍ਰਾਂਜੈਕਸ਼ਨ ਟਾਈਪ ਦੇ ਵਿੱਚ ਇੱਕ ਐਕਸਟਰਾ ਟ੍ਰਾਂਜੈਕਸ਼ਨ ਟਾਈਪ ਹੈ ਜਿਹੜੀ ਦੈਟ ਇਜ਼ ਫॉर ਡੈਮੇਜ ਟਰਾਂਸਫਾਰਮਰ ਸੈਂਡ ਟੂ ਸਟੋਰਸ, ਉਹ ਐਡ ਕਰ ਦਿੱਤੀ ਗਈ ਹੈ। तो जिन्ना भी डैमेज ट्रांसफार्मर का डाटा है वो हुण अनैक्शर C5 च एंटर। तो दिस इज मेजर चेंज रिगार्डिंग प्रैपरेशन ऑफ डेप्रीसीएशन रजिस्टर, जिहदा तुसीं डेप्रीसीएशन रजिस्टर बनाने लई ध्यान रखना है। ये वाली चेंज करने का परपज़ ही कि बेसिकली जिहड़े ट्रांसफार्मर फील्ड ऑफिसिस तो डैमेज होकर स्टोर च जा रहे हैं तो स्टोर तो रिपेयर होने तो बाद वापस इंस्टॉल हो रहे हैं, उन्हों का एक रिकनसीलेशन सैटअप करना सी, जिहदे लई अनैक्शर C और अनैक्शर C1 ਇਹਦੇ 'ਚ ਕੁਝ ਸੈਪਰੇਟ ਕਾਲਮ ਇੰਟਰੋਡਿਊਸ ਕਰ ਦਿੱਤੇ ਗਏ ਹੈ। ਜਿੱਦਾਂ ਜਿਹੜੇ ਡੈਮੇਜ ਰਿਪੇਅਰ ਟਰਾਂਸਫਾਰਮਰ ਆਣਗੇ ਉਹਦੇ ਲਈ ਇੱਕ C1 ਦੇ ਵਿੱਚ ਸੈਪਰੇਟ ਕਾਲਮ ਆ ਗਿਆ, ਕਾਲਮ I। ਔਰ ਡੈਮੇਜ ਟਰਾਂਸਫਾਰਮਰ ਹੈ ਜਿਹੜੇ ਤੁਸੀਂ ਡੈਮੇਜ ਹੋਣ ਤੋਂ ਬਾਅਦ ਸਟੋਰਾਂ ਨੂੰ ਸੈਂਡ ਕੀਤੇ ਆ ਉਹਦੇ ਲਈ ਡੈਮੇਜ ਟਰਾਂਸਫਾਰਮਰ ਦਾ ਕਾਲਮ ਸੈਪਰੇਟ ਹੈ। ਤੁਹਾਡੇ ਲਈ ਸ਼ੀਟਸ ਵਿੱਚ ਜ਼ਿਆਦਾ ਚੇਂਜਸ ਨਹੀਂ ਕੀਤੀਆਂ ਗਈਆਂ ਐਕਸੈਪਟ C4 ਐਂਡ C5। ਇਹ ਡਾਟਾ ਸੌਫਟਵੇਅਰ ਆਟੋਮੈਟਿਕਲੀ ਪਿਕ ਕਰ ਲੇਗਾ ਰੈਲੇਵੈਂਟ ਫੀਲਡ ਦੇ ਵਿੱਚੋਂ, ਰੈਲੇਵੈਂਟ ਸ਼ੀਟ ਦੇ ਵਿੱਚੋਂ। ਇਹ ਸਾਰਾ ਡਾਟਾ ਆਪਣੇ ਆਪ ਹੀ ਆਏਗਾ।
ਤੁਹਾਨੂੰ ਸਿਰਫ C4 ਔਰ C5 ਦੀ ਜਿਹੜੀ ਚੇਂਜਸ ਹੈ ਸਿਰਫ ਉਹਦਾ ਧਿਆਨ ਰੱਖਣਾ ਹੈ। ਸੇਮ ਅਨੈਕਸ C ਦੇ ਵਿੱਚ ਵੀ ਜਿਹੜੇ ਐਸੈਟ ਦੀ ਗ੍ਰੋਸ ਵੈਲਿਊ ਦੇ ਕਾਲਮ ਔਰ ਡੈਪਰੀਸੀਏਸ਼ਨ ਦੇ 2 ਕਾਲਮ ਹੈ ਜਿਹੜੇ ਉਹ ਐਡੀਸ਼ਨ ਕਰ ਦਿੱਤੀ ਗਈ ਹੈ। ਲਾਸਟ ਜਿਹੜੀ ਚੇਂਜ ਹੈ ਡੈਟ ਇਜ਼ ਆਡਿਟ ਸ਼ੀਟ ਤੇ ਟ੍ਰਾਇਲ ਸ਼ੀਟ ਦੇ ਵਿੱਚ ਹੈ। ਟ੍ਰਾਇਲ ਦੇ ਵਿੱਚ ਵੀ ਕਾਫੀ ਪ੍ਰੋਬਲਮ ਆਉਂਦੀ ਸੀ ਕਿਉਂਕਿ ਟ੍ਰਾਇਲ ਵਾਸਤੇ ਜਿਹੜਾ ਕੰਪਾਈਲੇਸ਼ਨ 'ਚ ਉਹ ਰਿਪੋਰਟ ਸੀ ਉਹ ਅਪਡੇਟਡ ਨਹੀਂ ਹੁੰਦੀ ਸੀ, ਰੀਅਲ ਟਾਈਮ ਬੇਸਿਸ 'ਤੇ ਨਹੀਂ ਸੀ। ਜੇ ਵੀ ਪੈਕੇਜ ਹੈ ਜਿਹੜਾ ਉਹ ਰੀਅਲ ਟਾਈਮ ਬੇਸਿਸ 'ਤੇ ਹੈ, ਇਸ ਲਈ ਜਿਹੜੀ ਟ੍ਰਾਇਲ ਵਾਲੀ ਸ਼ੀਟ ਹੈ ਉਹਨੂੰ ਅਪਡੇਟ ਕਰ ਦਿੱਤਾ ਗਿਆ। ਹੁਣ ਇਹਦੇ 'ਚ ਤੁਸੀਂ ਜੇ ਵੀ ਪੈਕੇਜ ਦਾ ਟ੍ਰਾਇਲ ਜਿਹੜਾ ਉਹ ਫੀਡ ਕਰਨਾ ਹੈ, ਤਾਂ ਜਿੰਨੀਆਂ ਵੀ ਤੁਸੀਂ ਐਂਟਰੀਜ਼ ਪਾਓਗੇ ਉਹ ਰੀਅਲ ਟਾਈਮ ਬੇਸਿਸ 'ਤੇ ਜੇ ਵੀ ਪੈਕੇਜ ਅਪਡੇਟ ਹੋ ਜਾਣਗੀਆਂ, ਤੁਸੀਂ ਇਹਦੇ 'ਚ ਫੀਡ ਕਰ ਦੇਣਾ, ਕੋਈ ਮੈਨੂਅਲ ਐਡਜਸਟਮੈਂਟ ਕਰਨ ਦੀ ਲੋੜ ਨਹੀਂ ਪਏਗੀ। ਆਡਿਟ ਸ਼ੀਟ ਹੈ ਜਿਹੜਾ ਉਹ ਤੁਹਾਡੇ ਅਪਡੇਟਡ ਟ੍ਰਾਇਲ, ਅਗਰ ਤੁਸੀਂ ਜਿੰਨੀਆਂ ਵੀ ਐਂਟਰੀਜ਼ ਪਾਈਆਂ ਨੇ ਉਹਦੇ ਨਾਲ ਪਿਕ ਕਰਕੇ ਜਿਹੜੇ ਵੇਰੀਅਸ ਚੈੱਕਸ ਹੈ ਕਿ ਡਾਟਾ ਜਿਹੜਾ ਸਹੀ ਮੈਚ ਹੋ ਰਿਹਾ ਟ੍ਰਾਇਲ ਨਾਲ, ਉਹ ਕੰਪੇਅਰ ਕਰ ਲੇਗਾ। ਤੇ ਆਡਿਟ ਸ਼ੀਟ ਦੇ ਵਿੱਚ ਇੱਕ ਜਿਹੜਾ ਸੈਪਰੇਟ ਕਾਲਮ ਇੰਟਰੋਡਿਊਸ ਕਰ ਦਿੱਤਾ ਹੈ ਕਿ 14 ਦਾ ਕ੍ਰੈਡਿਟ ਹੈ ਜਿਹੜਾ ਉਹ ਤੁਹਾਡੀ C2 ਦੀ ਐਡੀਸ਼ਨ ਨਾਲ ਟੈਲੀ ਕਰਨ ਲਈ ਆ ਇੱਕ ਸੈਪਰੇਟ ਚੈੱਕ ਲਗਾ ਦਿੱਤਾ ਗਿਆ। ਇਹ ਚੈੱਕ ਕਰੇਗਾ ਕਿ ਗਰੁੱਪ ਹੈ 14 ਨੂੰ ਜਿੰਨਾ ਤੁਸੀਂ ਕ੍ਰੈਡਿਟ ਕਰ ਰਹੇ ਹੋ ਉਨੀ ਤੁਹਾਡੀ ਐਸੈਟ ਦੀ ਐਡੀਸ਼ਨ ਆ ਵੀ ਰਹੀ ਹੈ ਜਾਂ ਨਹੀਂ। ਹੁਣ ਅਸੀਂ ਦੇਖ ਲੈਂਦੇ ਹਾਂ ਕੁਝ ਮੈਂ ਸੈਂਪਲ ਡਾਟਾ ਲੋਕੇਸ਼ਨ ਕੋਡ 451 ਦਾ ਉਹ ਇਹ ਵਾਲੇ ਐਕਸਲ ਰਜਿਸਟਰ 'ਚ ਪਾ ਦਿੱਤਾ ਹੈ। ਪਰ ਲੀਜ਼ਿਸ ਵਾਲੀ ਸ਼ੀਟ ਜੋ ਅਸੀਂ ਆਲਰੇਡੀ ਡਿਸਕਸ ਕੀਤਾ ਵੀ ਲੀਜ਼ਿਸ ਵਾਲੀ ਸ਼ੀਟ ਔਰ ਜੋ ਲਾਸਟ ਈਅਰ ਦਾ ਅਨੈਕਸ਼ਰ C1 ਹੈ ਉਹ ਪੇਸਟ ਕਰਨਾ ਹੈ। ਲਾਸਟ ਈਅਰ ਦਾ ਅਨੈਕਸ਼ਰ C1 ਹੈ ਜਿਹੜਾ ਉਹ ਐਂਡ ਤੱਕ ਪੇਸਟ ਕਰ ਦਿੱਤਾ ਗਿਆ। ਪੇਸਟ ਕਰਨ ਨਾਲ ਜਿਹੜੇ ਅਨੈਕਸ਼ਰ C ਹੈ ਉਹਦੇ ਬੈਲੈਂਸਿਸ ਅਪਡੇਟ ਹੋ ਗਏ ਹੈ। C2 ਦੇ ਵਿੱਚ ਜੇ ਵੀ ਪੈਕੇਜ ਦੇ ਵਿੱਚ C2 ਦੇ ਵਿੱਚ ਜਿਹੜੀ ਐਸੈਟ ਜਿੰਨੀਆਂ ਅਸੀਂ ਕੈਪੀਟਲਾਈਜ਼ ਕਰਨੀਆਂ ਨੇ ਉਹਦੀ ਕੈਪੀਟਲਾਈਜੇਸ਼ਨ ਦੀ ਵੀਡੀਓ ਸੁਰਜੀਤ ਨੇ ਆਲਰੇਡੀ ਸ਼ੇਅਰ ਕਰ ਦਿੱਤੀ ਹੈ। ਰਿਪੋਰਟ ਹੈ ਜਿਹੜੀ ਜੇ ਵੀ ਪੈਕੇਜ ਤੁਸੀਂ ਜਾਓਗੇ, ਰਿਪੋਰਟਸ डिवीजन सेलेक्ट करोगे, ईयर और एसेट कैपिटलाइजेशन रिपोर्ट, एसेट कैपिटलाइजेशन रिपोर्ट सिलेक्ट करोगे जिस पीरियड की भी चाहिए है पीरियड सिलेक्ट करके डाउनलोड करोगे। मैं ऑलरेडी डाउनलोड की हुई है। तो इस फॉर्मेट ਦੇ ਵਿੱਚ ਇਹਦਾ मैं कुछ फॉर्मेट चेंज कर ਦਿੱਤਾ ਸੀ। बेसिकली वैसे कॉलम्स जो सिस्टम जनरेटेड अलग ਆਣਗੇ, मैं सिर्फ ਉਹਨੂੰ ਅਨੈਕਸ਼ਰ C2 ਦੇ ਵਿੱਚ ਪੇਸਟ ਕਰਨ ਲਈ ਕਾਲਮਸ ਨੂੰ ਮੂਵ ਕੀਤਾ ਹੈ। बेसिकली ਕਾਲਮਸ ਨੂੰ ਇੱਧਰ ਉੱਧਰ ਮੂਵ ਕਰਕੇ ਸੋ ਡੈਟ ਕਿ ਮੈਂ ਇੱਥੋਂ ਦੀ ਸਿੰਗਲ ਕਲਿੱਕ 'ਚ ਕਾਪੀ ਕਰਾਂ ਤੇ ਉਹ ਮੈਂ ਡਾਟਾ ਪੇਸਟ ਕਰਕੇ ਅਨੈਕਸ਼ਰ C2 ਦੇ ਵਿੱਚ ਪੇਸਟ ਕਰ ਦਾਂਗਾ। ਤਾਂ ਜਿਹੜੀ ਐਕਸਲ ਦੇ ਵਿੱਚ ਤੁਹਾਨੂੰ ਕੈਪੀਟਲਾਈਜੇਸ਼ਨ ਰਿਪੋਰਟ ਹੈ ਉਹ ਥੋੜੀ ਬਹੁਤ ਕਾਲਮਸ ਇੱਧਰ ਉੱਧਰ ਹੋਣਗੇ, ਬਟ ਇਹ ਵਾਲੀ ਰਿਪੋਰਟ ਹੈ ਜਿਹੜੀ ਮਿਲ ਜਾਏਗੀ। ਪੇਸਟਿੰਗ ਨੂੰ ਈਜ਼ੀ ਰੱਖਣ ਵਾਸਤੇ ਮੈਂ ਜਿਹੜੇ ਕਾਲਮ ਸੀਗੇ ਉਹ ਮੈਚ ਕਰ ਲਏ। बेसिकली ਇਹ ਕਾਲਮ ਹੈ ਜਿਹੜੇ ਜੋ ਅਨੈਕਸ਼ਰ C2 ਚ ਕਾਲਮ ਸੀ ਉਹ ਵਾਲੇ ਮੈਚ ਕਰਕੇ ਔਰ ਉੱਥੋਂ ਦੀ ਸਿਲੈਕਸ਼ਨ ਕਰਕੇ ਇਹ ਵਾਲੇ ਜਿਹੜੇ ਇੱਥੇ ਪੇਸਟ ਕਰ ਦਿੱਤਾ, ਕੈਪੀਟਲਾਈਜੇਸ਼ਨ ਡੇਟ ਪੇਸਟ ਕਰ ਦਿੱਤੀ। तो ਸਿੰਪਲ 2 ਕਲਿੱਕਸ ਨਾਲ ਜਿਹੜਾ ਤੁਹਾਡਾ ਅਨੈਕਸ਼ਰ C2 ਹੈ ਉਹ ਤਿਆਰ ਹੋ ਜਾਂਦਾ ਹੈ। ਅਨੈਕਸ਼ਰ C3 C4 C5 ਬੇਸਿਕਲੀ ਟਰਾਂਸਫਾਰਮਰਸ ਨਾਲ ਰਿਲੇਟਡ ਹੈ। C5 ਦੇ ਵਿੱਚ ਤਾਂ ਜਿਹੜੇ ਡੈਮੇਜ ਟਰਾਂਸਫਾਰਮਰ ਹੈ ਉਹ ਤੁਹਾਨੂੰ ਪਤਾ ਹੈ ਕਿ ਤੁਸੀਂ ਆਈਦਰ ਡਾਇਰੈਕਟ ਡਿਸਟ੍ਰੀਬਿਊਸ਼ਨ ਦੇ ਪੋਰਟਲ ਤੋਂ ਡਾਊਨਲੋਡ ਕਰ ਸਕਦੇ ਹੋ, ਜਾਂ ਦੂਸਰਾ ਅਲਟਰਨੇਟ C3 ਔਰ C5 ਲਈ ਹੈ ਕਿ ਤੁਸੀਂ ਇਹਦੇ 'ਚੋਂ SR ਔਰ SRW ਬੁੱਕ ਹੈ ਜਿਹੜੀ SR ਅਕਾਊਂਟ ਜਾਂ SRW ਅਕਾਊਂਟ ਹੈ, ਅਗਰ ਉਹ ਵੀ ਸਾਰੇ ਮੰਥ ਦੇ ਪੇਸਟ ਕਰ ਲੈਂਦੇ ਹੋ, ਜਿੱਦਾਂ ਮੈਂ ਦੋਨੋਂ ਤਰੀਕੇ ਨਾਲ ਕਰਕੇ ਦੇਖ ਲਿਆ ਸੀ। SR ਅਕਾਊਂਟ ਨੂੰ ਵੀ ਅਗਰ ਅਸੀਂ ਮੰਥ ਵਾਈਜ਼ ਪੇਸਟ ਕਰ ਲੈਂਦੇ ਹਾਂ ਔਰ ਮੰਥ ਵਾਈਜ਼ ਪੇਸਟ ਕਰਨ ਤੋਂ ਬਾਅਦ ਇਹਦੇ 'ਚ ਜਿਹੜਾ R ਨੰਬਰ R ਡੇਟ ਇਹ SRW ਦੇ ਨੰਬਰ ਔਰ ਡੇਟ ਹੈ। ਅਗਰ ਅਸੀਂ ਪਾਈਵਟ ਇਸ ਨੇਚਰ ਦਾ ਲਗਾ ਦਾਂਗੇ, ਇਹ SRW ਜੋ ਰੋ ਲੇਬਲ ਹੈ ਬੇਸਿਕਲੀ SRW ਡੇਟ ਹੈ, ਰੋ ਨੰਬਰ R ਨੰਬਰ ਇਜ਼ SRW ਨੰਬਰ ਐਸਟੀਮੇਟ। ਇਹ ਮੈਂ ਇੱਕ ਪਾਈਵਟ ਟੇਬਲ ਬਣਾਇਆ ਸਿੰਪਲੀ। ਪਾਈਵਟ ਟੇਬਲ ਦੇ ਵਿੱਚ ਮੈਨੂੰ ਜਿਹੜੇ ਅਕਾਊਂਟ ਕੋਡ ਚਾਹੀਦੇ ਸੀ, ਜਿੱਦਾਂ ਬੇਸਿਕਲੀ ਟਰਾਂਸਫਾਰਮਰ ਦੇ C3 ਵਾਸਤੇ ਸਿਰਫ ਟਰਾਂਸਫਾਰਮਰ ਹੀ ਚਾਹੀਦਾ, 14540 ਚਾਹੀਦਾ। तो ट्रांसफार्मर वाले अकाउंट को 14540 की डेप्रीसीएशन 542 या 541 जा सकती है। तो एक पाइवट टेबल लगा के उस तो बाद कैपिटलाइजेशन डेट वी लुक अपना फैच करके तब मेरे को लगे कि ये वाले एसेट कैपिटलाइज ही, ये एस्टीमेट कैपिटलाइज हो गया, ये एस्टीमेट कैपिटलाइज हो गया। तो ये वाला जोड़ा डाटा है ये C3 ਦੇ ਵਿੱਚ पेस्ट कर दिता। ये वाले 14540 ਦੇ ਜਿਹੜੇ ट्रांसफार्मर ਸੀ ਜਿਹੜੇ ਅਸੀਂ कैपिटलाइज ਕੀਤੇ ਹੈ। तो ये डाटा ਜਿਹੜਾ ਦੋਨੋਂ शेप चो निकल जाएगा, आइदर तुसी डायरेक्ट D ਦੇ पोर्टल तो कर लो
ਜਿਹੜੀ ਕੰਸਰਨ ਰਿਪੋਰਟ ਹੈ R14 ਹੈ ਜਾਂ TR/11 ਹੈ, ਇਹਨਾਂ ਦੇ ਵਿੱਚੋਂ ਵੀ ਐਸਟੀਮੇਟ ਵਾਈਜ਼ ਡਾਟਾ ਅਵੇਲੇਬਲ ਹੈ, ਜਾਂ ਈਵਨ SR ਲੈਜਰ ਜਾਂ SRW ਲੈਜਰ ਹੈ। ਉਹਨਾਂ ਦੇ ਵਿੱਚੋਂ ਵੀ ਜਿਹੜੇ ਐਸਟੀਮੇਟ ਤੁਸੀਂ ਕੈਪੀਟਲਾਈਜ਼ ਕਰ ਚੁੱਕੇ ਹੋ ਉਹਨੂੰ ਪਾਈਵਟ ਨਾਲ ਥੋੜ੍ਹਾ ਜਿਹਾ ਸ਼ੇਪ ਚੇਂਜ ਕਰਨੀ ਪੈਂਦੀ ਹੈ। ਇਹ ਵਾਲੇ ਜਿਹੜੇ ਰਿਪੋਰਟਸ ਨੇ ਉਹਦੇ ਸਾਰੇ ਕਾਲਮ ਅਵੇਲੇਬਲ ਹੈ। ਉਹਦੇ 'ਚ ਬੇਸਿਕਲੀ ਗ੍ਰੋਸ ਵੈਲਿਊ ਤੇ ਡੈਪਰੀਸੀਏਸ਼ਨ ਪੈਰਲਰ ਦੋ ਕਾਲਮ 'ਚ ਅਵੇਲੇਬਲ ਹੈ। SRW ਲੈਜਰ ਦੇ ਵਿੱਚ ਉਹ ਦੋਨੋਂ ਅਲੱਗ-ਅਲੱਗ ਹੈੱਡ ਦੇ ਵਿੱਚ ਨੇ। ਇੱਥੇ ਡੈਪਰੀਸੀਏਸ਼ਨ ਹੈ, ਇੱਥੇ ਉਹਦੀ ਗ੍ਰੋਸ ਵੈਲਿਊ ਹੈ 10 'ਚ ਔਰ ਡੈਪਰੀਸੀਏਸ਼ਨ ਹੈ 12 'ਚ। ਤਾਂ ਉਹਨੂੰ ਅਗਰ ਅਸੀਂ ਪਾਈਵਟ ਟੇਬਲ SRW ਨੰਬਰ 'ਤੇ ਲਗਾਉਂਦੇ ਹਾਂ ਤਾਂ ਉਹ ਦੋਨੋਂ ਇਕੱਠੇ ਸੇਮ ਕਾਲਮ 'ਚ ਆ ਜਾਂਦੇ। ਸੋ ਬੇਸਿਕਲੀ ਅਸੀਂ C2 ਔਰ C3 ਇਹਦਾ ਸੈਂਪਲ ਡਾਟਾ ਜਿਹੜਾ ਉਹ ਦੇਖਿਆ ਕਿ C2 ਦੀ ਤਾਂ ਡਾਇਰੈਕਟ ਰਿਪੋਰਟ ਅਵੇਲੇਬਲ ਹੈ, ਬਾਕੀ C3 C4 ਜਾਂ C5 ਹੈ ਜਿਹੜਾ ਉਹ ਅਲੱਗ-ਅਲੱਗ ਜਿਹੜੀਆਂ ਡਾਇਰੈਕਟ ਡੀ ਦੇ ਪੋਰਟਲ 'ਚ ਜਾਂ JV ਪੈਕੇਜ 'ਚ ਰਿਪੋਰਟਸ ਹੈ, ਦੋਨੋਂ ਤੋਂ ਤਿਆਰ ਕੀਤਾ ਜਾ ਸਕਦਾ। ਡਿਪੈਂਡਸ ਕਿ ਕਿੰਨਾ ਪਿਓਰ ਤੁਹਾਡਾ ਡਾਟਾ ਹੈ। ਜਿੰਨਾ ਤੁਸੀਂ ਡਾਟਾ ਮਤਲਬ ਕਰੈਕਟ ਐਂਟਰ ਕਰੋਗੇ JV ਪੈਕੇਜ ਉਨਾ ਬੈਟਰ ਆਊਟਪੁੱਟ ਮਿਲੇਗਾ। C4 ਹੈ ਜਿਹੜਾ ਉਹ ਬੇਸਿਕਲੀ ਜਿਹੜੀਆਂ ਵੀ ਤੁਹਾਡੀਆਂ ਫਾਰਮ ਸਾਈਜ਼ ਦੇ ਵਿੱਚ ਰੈੱਡ ਐਂਟਰੀਜ਼ ਨੇ, ਰੈੱਡ ਐਂਟਰੀਜ਼ ਡਿਨੋਟਸ ਕੇ ਨੈਗੇਟਿਵ ਵੈਲਿਊ ਹੈ, ਜਿਹਨੂੰ ਤੁਸੀਂ JV ਨਾਲ ਸੈਟ ਆਫ ਕਰਕੇ ਕਰੈਕਟ ਹੈਡ ਦੇ ਵਿੱਚ ਪਾਓਗੇ ਤਾਂ ਉਹ ਜਿਹੜਾ ਡਾਟਾ ਉਹ ਸੈਪਰੇਟ ਮੇਨਟੇਨ ਕਰਨਾ ਇੱਕ ਐਕਸਲ ਫਾਈਲ 'ਚ, ਜਿੰਨੇ ਵੀ ਤੁਸੀਂ ਉਹ JV ਪਾਓਗੇ ਉਹ C4 ਦੇ ਵਿੱਚ ਆ ਜਾਏਗਾ। ਇਸ ਤੋਂ ਬਾਅਦ ਲਾਸਟ ਸਟੈਪ ਹੈ ਜਿਹੜਾ ਉਹ ਟਰਾਇਲ ਹੈ। ਟਰਾਇਲ ਤੁਹਾਨੂੰ ਦੱਸਦਾ ਸੀ ਕਿ JV ਪੈਕੇਜ ਵਾਲਾ ਪੇਸਟ ਕਰਨਾ ਹੈ। ਇਹ JV ਪੈਕੇਜ ਤੋਂ ਟਰਾਇਲ ਡਾਊਨਲੋਡ ਕਰਕੇ ਸਿੰਪਲੀ ਕਾਪੀ ਐਂਡ ਪੇਸਟ ਹੀ ਹੈ, ਕੋਈ ਐਡੀਸ਼ਨ ਨਹੀਂ, ਕੋਈ ਮੈਨੂਅਲ ਇਹਦੇ 'ਚ ਫਿਗਰ ਚੇਂਜ ਕਰਨ ਦੀ ਲੋੜ ਨਹੀਂ। ਔਰ ਲਾਸਟ ਬਟ ਜਿਹੜਾ ਆਡਿਟ ਸ਼ੀਟ 'ਚ ਆ ਕੇ ਚੈੱਕ ਕਰ ਲੈਣਾ। ਬਿਕੋਜ਼ ਮੈਂ ਸਿੰਪਲੀ ਸਿਰਫ ਸੈਂਪਲ ਇੱਕ ਦੋ ਸ਼ੀਟਸ 'ਤੇ ਡਾਟਾ ਪੇਸਟ ਕਰਕੇ ਹੀ ਦਿਖਾ ਰਿਹਾ, ਮੈਂ ਕੋਈ JV ਨਹੀਂ ਪਾ ਰਿਹਾ, ਬਿਕੋਜ਼ ਮੇਰੇ ਕੋਲ JVs ਪਾਉਣ ਦਾ ਰਾਈਟ ਨਹੀਂ ਹੈ ਕਿਸੇ ਵੀ ਆਫਿਸ ਦੇ ਡਿਵੀਜ਼ਨ 'ਚ। ਹਾਂ, ਡਾਟਾ ਮੈਂ ਸਾਰੇ ਆਫਿਸਿਸ ਦਾ ਦੇਖ ਸਕਦਾ। ਇਸ ਲਈ ਜਿਹੜਾ ਡਿਫਰੈਂਸ ਆ ਰਿਹਾ ਬੇਸਿਕਲੀ ਪਰਟੇਨਸ ਟੂ ਦਾ ਜਿਹੜੀ ਡੈਪਰੀਸੀਏਸ਼ਨ ਕਰੰਟ ਈਅਰ ਦੀ ਅਜੇ ਪੋਸਟ ਨਹੀਂ ਕੀਤੀ, ਉਹ ਨੈਚੁਰਲੀ ਤੁਸੀਂ ਮਾਰਚ ਐਡਜਸਟਮੈਂਟ ਅਕਾਊਂਟ 'ਚ ਪਾਓਗੇ। ਔਰ ਕੁਝ ਮੈਂ ਡਾਟਾ ਸਾਰੀ ਸ਼ੀਟਸ ਦਾ ਪੇਸਟ ਨਹੀਂ ਕੀਤਾ, ਮੈਂ C5 ਦਾ ਡਾਟਾ ਇਹਦੇ 'ਚ ਪੇਸਟ ਨਹੀਂ ਕੀਤਾ, ਤਾਂ ਇਹ ਦੋਨੋਂ ਡਿਫਰੈਂਸ ਉਹਦੇ ਆ ਰਹੇ। ਤੋ ਆਡਿਟ ਸ਼ੀਟ ਹੈ ਜਿਹੜੀ ਇਹ ਐਜ਼ ਯੂਜ਼ਲ ਥੋੜੀ ਹੋਰ ਸਿੰਪਲੀਫਾਈ ਕਰ ਦਿੱਤੀ ਹੈ ਵਿਦ ਦਾ ਮਤਲਬ JV ਪੈਕੇਜ ਦਾ ਟਰਾਇਲ ਯੂਜ਼ ਕਰਨ ਨਾਲ। ਔਰ ਜਿਹੜੇ ਚੈੱਕਸ ਹੈ ਜਿਹੜੇ ਉਹ ਜ਼ਿਆਦਾ ਪਿਓਰ ਜਿਹੜਾ ਤੁਹਾਨੂੰ ਡੈਪਰੀਸੀਏਸ਼ਨ ਰਜਿਸਟਰ ਹੈ ਤੇ ਹੋਰ ਬੈਟਰ ਆਊਟਪੁੱਟ ਦੇਣ ਵਾਸਤੇ ਤੁਹਾਡੇ ਲਈ ਹੈਲਪ ਕਰਨਗੇ। ਤੋ ਆਈ ਹੋਪ ਕਿ ਇਸ ਸਾਲ ਜਿਹੜਾ ਡੈਪਰੀਸੀਏਸ਼ਨ ਰਜਿਸਟਰ ਬਣਾਉਣ 'ਚ ਉਨੀ ਜ਼ਿਆਦਾ ਪ੍ਰੋਬਲਮਸ ਨਹੀਂ ਆਉਣਗੀ ਤੇ ਮਾਰਚ ਐਡਜਸਟਮੈਂਟ ਅਕਾਊਂਟ ਹੈ ਜਿਹੜਾ ਉਹ ਤੁਸੀਂ ਟਾਈਮਲੀ ਸਬਮਿਟ ਕਰੋਗੇ, ਕਿਉਂਕਿ ਹੈੱਡ ਆਫਿਸ ਵੱਲੋਂ ਆਈ ਥਿੰਕ ਜਿੰਨਾ ਅਸੀਂ ਕਰ ਸਕਦੇ ਸੀ ਮੈਕਸਿਮਮ ਤੁਹਾਨੂੰ ਪ੍ਰੋਵਾਈਡ ਫॉर ਕਰ ਦਿੱਤਾ ਹੈ। ਮਤਲਬ JV ਪੈਕੇਜ ਦੇ ਨਾਲ ਅਕਾਊਂਟਿੰਗ ਬਣਾਉਣਾ ਵੀ ਆਸਾਨ ਹੋ ਗਿਆ ਹੈ। ਐਸੈਟ ਰਜਿਸਟਰ ਚਾਹੇ ਫਾਰਮਸ ਦਾ ਹੀ ਬਣਾਉਣਾ ਹੈ, ਚਾਹੇ ਡੈਪਰੀਸੀਏਸ਼ਨ ਰਜਿਸਟਰ ਬਣਾਉਣਾ ਹੈ, ਈਵਨ ਜਿਹੜੇ ਤੁਸੀਂ ਅਲੱਗ-ਅਲੱਗ ਆਫਿਸਿਸ ਤੋਂ NOC ਲੈਂਦੇ ਹੋ ਉਹ ਵੀ ਕਾਫੀ ਹੱਦ ਤੱਕ ਆਨਲਾਈਨ ਕਰ ਦਿੱਤੇ ਗਏ ਜਾਂ ਥਰੂ ਮੇਲ ਕਰ ਦਿੱਤੇ ਗਏ। ਤੋ ਹੁਣ ਬੇਸਿਕਲੀ ਤੁਹਾਡੀ ਅਕਾਊਂਟੈਂਟਸ ਦੀ ਜਾਂ ਤੁਹਾਡੀ ਟੀਮ ਦੀ ਜਿਹੜੀ ਤੁਹਾਡੇ ਨਾਲ ਸਪੋਰਟ ਕਰਦੇ ਉਹਨਾਂ ਦੀ ਐਫੀਸ਼ੀਐਂਸੀ 'ਤੇ ਜ਼ਿਆਦਾ ਡਿਪੈਂਡ ਕਰੇਗਾ। ਤੇ ਸਾਨੂੰ ਐਡਜਸਟਮੈਂਟ ਅਕਾਊਂਟ ਹੈ ਜਿਹੜੇ ਉਹ ਇਸ ਵਾਰ ਟਾਈਮਲੀ ਚਾਹੀਦੇ ਆ। ਸੋ ਪਲੀਜ਼ ਡੂ ਸਬਮਿਟ ਦਾ ਮਾਰਚ ਐਡਜਸਟਮੈਂਟ ਅਕਾਊਂਟ ਇਨ ਟਾਈਮ। ਤੇ ਮੰਥਲੀ ਅਕਾਊਂਟ ਵੀ ਕਾਈਂਡਲੀ ਟਾਈਮ ਤੇ ਸਬਮਿਟ ਕਰਿਆ ਕਰੋ। ਥੈਂਕਸ ਫॉर योर सपोर्ट, थैंक्स फॉर वाचिंग, बाय।